ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। 2 ਵਜੇ ਦੀਆਂ 5 ਵੱਡੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਸ਼ੁਰੂ ਕਰਦੇ ਹਾਂ ਇੱਕ ਵੱਡੀ ਖਬਰ ਤੋਂ। ਜੰਮੂ ਕਸ਼ਮੀਰ ਦੇ ਰਾਜੌਰੀ ਦੇ ਵਿੱਚ ਮੁੱਠਭੇੜ ਹੋਈ ਹੈ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦੇ ਵਿਚਾਲੇ। ਜੰਮੂ ਕਸ਼ਮੀਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ ਮੁਕਾਬਲੇ ਦੇ ਵਿੱਚ 2 ਫੌਜ ਦੇ ਜਵਾਨ ਸ਼ਹੀਦ ਹੋਏ ਨੇ ਤੇ ਇੱਕ ਅਫਸਰ ਸਮੇਤ 5 ਜਵਾਨ ਜ਼ਖਮੀ ਹੋਏ ਨੇ। ਮੁਕਾਬਲੇ ਦੇ ਵਿੱਚ 2 ਜਵਾਨ ਸ਼ਹੀਦ ਹੋ ਗਏ ਨੇ। ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦੇ ਵਿਚਾਲੇ ਮੁੱਠਭੇੜ ਹੋਈ ਹੈ। ਦਹਿਸ਼ਤਗਰਦਾਂ ਦੇ ਗਰੁੱਪ ਨੂੰ ਇਲਾਕੇ ਦੇ ਵਿੱਚ ਘੇਰਿਆ ਗਿਆ ਹੈ। ਫੌਜ ਦਾ ਸਰਚ ਆਪਰੇਸ਼ਨ ਚੱਲ ਰਿਹਾ ਹੈ ਔਰ ਫੌਜ ਦੇ ਸਰਚ ਆਪਰੇਸ਼ਨ ਦੇ ਦੌਰਾਨ ਅੱਤਵਾਦੀਆਂ ਨੇ ਗੋਲੀ ਚਲਾ ਦਿੱਤੀ ਔਰ ਇਸ ਦੌਰਾਨ ਫੌਜ ਦੇ 2 ਜਵਾਨ ਸ਼ਹੀਦ ਹੋ ਗਏ ਔਰ 5 ਜਣੇ ਜ਼ਖਮੀ ਦੱਸੇ ਜਾ ਰਹੇ ਨੇ, ਜਿਸ 'ਚ ਫੌਜ ਦਾ ਇੱਕ ਅਫਸਰ ਸ਼ਾਮਿਲ ਹੈ। ਰਾਜੌਰੀ ਇਲਾਕੇ ਦੇ ਵਿੱਚ ਮੁੱਠਭੇੜ ਹੋਈ ਹੈ ਜਿੱਥੇ ਸਰਚ ਆਪਰੇਸ਼ਨ ਚੱਲ ਰਿਹਾ ਸੀ ਔਰ ਸਰਚ ਆਪਰੇਸ਼ਨ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਤੇ ਅਟੈਕ ਕਰ ਦਿੱਤਾ ਔਰ ਇਸ ਅਟੈਕ ਦੇ ਵਿੱਚ 2 ਜਵਾਨ ਸ਼ਹੀਦ ਹੋ ਗਏ। 2 ਜਵਾਨਾਂ ਦੀ ਜਾਨ ਚਲੀ ਗਈ, 2 ਜਵਾਨ ਸ਼ਹੀਦ ਹੋ ਗਏ ਨੇ ਔਰ ਦਹਿਸ਼ਤਗਰਦਾਂ ਦੇ ਗਰੁੱਪ ਨੂੰ ਇਸ ਇਲਾਕੇ ਦੇ ਵਿੱਚ ਘੇਰਾ ਪਾਇਆ ਹੋਇਆ ਹੈ। ਸੋ ਇੱਕ ਅਫਸਰ ਹੈ ਔਰ 3 ਹੋਰ ਨੇ। 4 ਟੋਟਲ ਜਿਹੜੇ ਨੇ ਉਹ ਜ਼ਖਮੀ ਨੇ। 2 ਜਵਾਨ ਸ਼ਹੀਦ ਹੋ ਚੁੱਕੇ ਨੇ, 4 ਜਿਹੜੇ ਨੇ ਉਹ ਜ਼ਖਮੀ ਨੇ। ਇੱਕ ਫੌਜ ਦਾ ਆਲਾ ਅਧਿਕਾਰੀ ਹੈ, ਫੌਜ ਦਾ ਇੱਕ ਅਫਸਰ ਹੈ। ਸੋ ਸਾਡੇ ਸਹਿਯੋਗੀ ਤੇਜਿੰਦਰ ਸਿੰਘ ਸੋਢੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਤੇਜਿੰਦਰ, ਕੀ ਇਸ ਵੇਲੇ ਅਪਡੇਟ ਹੈ? ਕਿਸ ਤਰੀਕੇ ਨਾਲ ਇਹ ਅਟੈਕ ਹੋਇਆ ਕਿ ਉਸ ਇਲਾਕੇ 'ਚ ਇਸ ਵੇਲੇ ਤਾਜ਼ਾ ਸਥਿਤੀ ਕੀ ਹੈ? ਦੇਖੋ ਵਿਜੇਪਾਲ, ਅਗਰ ਤੁਹਾਨੂੰ ਯਾਦ ਹੋਏਗਾ ਅਪ੍ਰੈਲ 20 ਨੂੰ ਪੁੰਛ ਵਿੱਚ ਇੱਕ ਸੈਨਾ ਦੀ ਗੱਡੀ ਤੇ ਹਮਲਾ ਹੋਇਆ ਸੀ ਜਿਹਦੇ ਵਿੱਚ 5 ਸੈਨਾ ਦੇ ਜਵਾਨ ਸ਼ਹੀਦ ਹੋ ਗਏ ਸੀ। ਉਹਦੇ ਬਾਅਦ ਪੂਰੇ ਪੁੰਛ ਰਾਜੌਰੀ ਇਲਾਕੇ ਵਿੱਚ ਆਰਮੀ ਨੇ ਆਪਰੇਸ਼ਨ ਚਲਾਇਆ ਹੋਇਆ ਉਹਨਾਂ ਆਤੰਕੀਆਂ ਨੂੰ, ਉਹਨਾਂ ਦੀ ਖੋਜ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਲਈ। ਕੱਲ ਆਰਮੀ ਨੂੰ ਇੱਕ ਸੂਚਨਾ ਮਿਲੀ ਸੀਗੀ ਕਿ ਰਾਜੌਰੀ ਦੇ ਕੁਝ ਇਲਾਕੇ, ਜੰਗਲ ਦੇ ਇਲਾਕੇ ਵਿੱਚ ਜਿਹੜੇ ਆਤੰਕੀ ਹੈ ਉਹ ਛੁਪੇ ਹੋਏ ਨੇ, ਜਿਹਦੇ ਬਾਅਦ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਉਸ ਆਪਰੇਸ਼ਨ ਦੇ ਦੌਰਾਨ ਆਰਮੀ ਨੂੰ ਜਾਣਕਾਰੀ ਇਹ ਪੁਖਤਾ ਮਿਲੀ ਸੀ ਕਿ ਜੰਗਲ ਵਿੱਚ ਉੱਥੇ ਇੱਕ ਕੇਵ ਹੈਗੀ ਜਿਹਦੇ ਵਿੱਚ ਕੁਝ 2 ਤੋਂ 3 ਆਤੰਕੀ ਛੁਪੇ ਹੋਏ ਨੇ। ਉਹਦੇ ਬਾਅਦ ਆਪਰੇਸ਼ਨ ਸ਼ੁਰੂ ਕੀਤਾ। ਜਦੋਂ ਆਰਮੀ ਦੀ ਅੱਜ ਸਵੇਰੇ ਇੱਕ ਕਾਲਮ ਉਸ ਆਪਰੇਸ਼ਨ ਦੇ ਉਸ ਸਪੌਟ ਤੇ ਜਾ ਰਹੀ ਸੀ ਤੇ ਛੁਪੇ ਹੋਏ ਆਤੰਕੀਆਂ ਨੇ ਉਸ ਜਿਹੜਾ ਫੌਜ ਦੀ ਯੂਨਿਟ ਸੀ ਉਹਦੇ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹਨਾਂ ਤੇ ਇੱਕ ਵਿਸਫੋਟ ਵੀ ਕੀਤਾ ਜਿਹਦੇ ਵਿੱਚ 2 ਜਿਹੜੇ ਸੀਗੇ ਉਹ ਜਿਹੜੇ ਸੈਨਾ ਦੇ ਅਧਿਕਾਰੀ ਸੀ, ਸੈਨਾ ਦੇ ਜਵਾਨ ਸੀ, ਉਹ ਸ਼ਹੀਦ ਹੋ ਗਏ ਤੇ 4 ਜਿਹੜੇ ਬਾਕੀ 4 ਸੈਨਾ ਦੇ ਜਵਾਨ ਜਿਹਦੇ ਵਿੱਚ ਇੱਕ ਆਫੀਸਰ ਵੀ ਹੈ ਉਹ ਜ਼ਖਮੀ ਹੋ ਗਏ ਦਾ ਤੇ ਉਹਨਾਂ ਨੂੰ ਇਵੈਕੂਏਟ ਕਰ ਦਿੱਤਾ ਗਿਆ ਹੈ ਹਸਪੀਟਲ ਵਿੱਚ, ਆਰਮੀ ਦੇ ਹਸਪੀਟਲ ਟ੍ਰੀਟਮੈਂਟ ਲਈ। ਇਸ ਵਕਤ ਉੱਥੇ ਆਪਰੇਸ਼ਨ ਜਿਹੜਾ ਹੈ ਚੱਲ ਰਿਹਾ ਹੈ। ਸੈਨਾ ਦੀ ਐਡੀਸ਼ਨਲ ਫੋਰਸਿਸ ਦੀ ਡਿਪਲੋਇਮੈਂਟ ਕਰ ਦਿੱਤੀ ਗਈ ਹੈ, ਲੇਕਿਨ ਪੂਰੇ ਰਾਜੌਰੀ ਦਾ ਜਿਹੜਾ ਡਿਸਟ੍ਰਿਕਟ ਹੈਗਾ ਉੱਥੇ ਮੋਬਾਈਲ ਇੰਟਰਨੈਟ ਸਰਵਿਸ ਬੰਦ ਕਰ ਦਿੱਤੀ ਗਈ ਹੈ ਤਾਂ ਕਿ ਆਤੰਕਵਾਦੀ ਜਿਹੜਾ ਮੋਬਾਈਲ ਇੰਟਰਨੈਟ ਸਰਵਿਸ ਦਾ ਇਸਤੇਮਾਲ ਕਰਕੇ ਉੱਥੋਂ ਆਪਣੇ ਜਿਹੜੇ ਸਾਥੀ ਹੈਗੇ ਆ, ਜਿਹੜੇ ਉਹਨਾਂ ਦੇ ਹੈਂਡਲਰ ਹੈਗੇ ਪਾਕਿਸਤਾਨ ਵਿੱਚ, ਉਹਨਾਂ ਨਾਲ ਉਹਨੇ ਕੰਟੈਕਟ ਨਾ ਕਰ ਪਾਉਣ। ਤੇ ਇਸ ਵਕਤ ਆਪਰੇਸ਼ਨ ਚੱਲ ਰਿਹਾ ਹੈ। ਐਡੀਸ਼ਨਲ ਫੋਰਸਿਸ ਵੀ ਉੱਥੇ ਭੇਜ ਦਿੱਤੀ ਗਈਆਂ। ਬਟ ਦੁਖਦ ਖਬਰ ਇਹ ਹੈਗੀ ਕਿ ਅਸੀਂ ਸੈਨਾ ਦੇ 2 ਜਵਾਨ ਇਸ ਆਪਰੇਸ਼ਨ ਵਿੱਚ ਸ਼ਹੀਦ ਹੋ ਗਏ ਨੇ ਤੇ 4 ਜਿਹੜੇ ਅਧਿਕਾਰੀ ਹੈਗੇ ਜਿਨ੍ਹਾਂ ਵਿੱਚੋਂ ਇੱਕ ਸੀਨੀਅਰ ਆਫੀਸਰ ਵੀ ਹੈਗਾ ਉਹ ਜ਼ਖਮੀ ਹੈਗੇ, ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ ਹਸਪੀਟਲ 'ਚ। ਜੀ ਵਿਜੇ। ਅੱਛਾ ਤੇਜਿੰਦਰ, ਲੋਕੇਸ਼ਨ ਟ੍ਰੇਸਡ ਹੈ ਉਹਨਾਂ ਦੀ ਜਾਂ ਹਲੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਦਹਿਸ਼ਤਗਰਦਾਂ ਦੀ ਉਸ ਇਲਾਕੇ? ਦੇਖੋ, ਕੱਲ ਰਾਤ ਨੂੰ 7:30 ਵਜੇ ਦੇ ਕਰੀਬ ਆਤੰਕਵਾਦੀਆਂ ਨੇ ਇੱਕ ਸੈਟੇਲਾਈਟ ਫੋਨ ਦਾ ਇਸਤੇਮਾਲ ਕੀਤਾ ਸੀ। ਉਸ ਸੈਟੇਲਾਈਟ ਫੋਨ ਦੇ ਇਸਤੇਮਾਲ ਤੋਂ ਬਾਅਦ ਸੈਨਾ ਨੂੰ ਉਹਨਾਂ ਦੀ ਐਗਜ਼ੈਕਟ ਲੋਕੇਸ਼ਨ ਪਤਾ ਲੱਗ ਗਈ ਸੀ ਤੇ ਉਹਦੇ ਬਾਅਦ ਹੀ ਇਹ ਆਪਰੇਸ਼ਨ ਚਲਾਇਆ ਗਿਆ ਸੀ। ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ 20 ਅਪ੍ਰੈਲ ਨੂੰ ਜਿਹੜਾ ਪੁੰਛ ਵਿੱਚ ਆਤੰਕੀ ਹਮਲਾ ਹੋਇਆ ਸੀ ਜਿਹਦੇ ਵਿੱਚ 5 ਸੈਨਾ ਦੇ ਜਵਾਨ ਸ਼ਹੀਦ ਹੋ ਗਏ ਸੀ, ਉਹਦੇ ਬਾਅਦ ਹੀ ਜਿਹੜਾ ਇਹ ਆਪਰੇਸ਼ਨ ਪੂਰੇ ਇਲਾਕੇ ਵਿੱਚ ਸੈਨਾ ਚਲਾ ਰਹੀ ਹੈ। ਐਗਜ਼ੈਕਟ ਲੋਕੇਸ਼ਨ ਇਹਨਾਂ ਆਤੰਕੀਆਂ ਦੀ ਪਤਾ ਚੱਲ ਗਈ ਸੀ। ਜਿਹੜਾ ਫੌਜ ਦੀ ਇੱਕ ਸਟੇਟਮੈਂਟ ਵੀ ਆਈ ਹੈ, ਉਹਨਾਂ ਦਾ ਕਹਿਣਾ ਹੈ ਕਿ ਉੱਥੇ ਇੱਕ ਗੁਫਾ ਹੈਗੀ ਜਿਹਦੇ ਵਿੱਚ ਆਤੰਕੀਆਂ ਨੇ ਪਨਾਹ ਲਈ ਹੋਈ ਸੀ ਤੇ ਉੱਥੋਂ ਇਹ ਸੈਨਾ ਤੇ ਇਹਨਾਂ ਨੇ ਹਮਲਾ ਕੀਤਾ ਜਦੋਂ ਇਹਨਾਂ ਨੇ ਸੈਨਾ ਦੀ ਇੱਕ ਟੁਕੜੀ ਨੂੰ ਉੱਥੇ ਆਂਦੇ ਹੋਏ ਦੇਖਿਆ। ਇਸ ਵਕਤ ਪੂਰੇ ਇਲਾਕੇ ਵਿੱਚ ਮੋਬਾਈਲ ਇੰਟਰਨੈਟ ਸਰਵਿਸ ਬੰਦ ਹੈ ਤੇ ਸੈਨਾ ਦਾ ਇਹ ਕਹਿਣਾ ਹੈ ਕਿ ਪੂਰੇ ਇਲਾਕੇ ਨੂੰ ਮੁਹਾਸਰੇ ਵਿੱਚ ਲਿਆ ਹੋਇਆ ਹੈ ਤੇ ਆਪਰੇਸ਼ਨ ਜਿਹੜਾ ਹੈ ਉਹ ਬਦਸਤੂਰ ਜਾਰੀ ਹੈਗਾ। ਜੀ ਠੀਕ ਹੈ, ਧੰਨਵਾਦ, ਸ਼ੁਕਰੀਆ ਤੇਜਿੰਦਰ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲਈ। ਸਾਡੇ ਸੀਨੀਅਰ ਸਹਿਯੋਗੀ ਤੇਜਿੰਦਰ ਸਿੰਘ ਸੋਢੀ
ਜੰਮੂ ਕਸ਼ਮੀਰ ਤੋਂ ਇਹ ਜਾਣਕਾਰੀ ਦੇ ਰਹੇ ਸੀ ਕਿ ਕਿਸ ਤਰੀਕੇ ਨਾਲ ਸੈਨਾ ਹੁਣ ਇਸ ਆਪਰੇਸ਼ਨ ਨੂੰ ਅੱਗੇ ਵਧਾ ਰਹੀ ਹੈ, ਕਿਉਂਕਿ ਇੰਟਰਨੈਟ ਬੰਦ ਕਰਨਾ ਤਾਂ ਉਸ ਦਾ ਸਿੱਧਾ ਮਤਲਬ ਇਹ ਹੈ ਕਿ ਜਿਹੜੇ ਵੀ ਕੋਈ ਦਹਿਸ਼ਤਗਰਦ ਨੇ ਉਹ ਆਪਣੇ ਆਕਾਵਾਂ ਨੂੰ ਫੋਨ ਨਾ ਕਰ ਸਕਣ, ਉਹਨਾਂ ਤੋਂ ਕਿਸੇ ਤਰੀਕੇ ਦੀਆਂ ਇੰਸਟਰਕਸ਼ਨ ਨਾ ਲੈ ਸਕਣ, ਅੱਗੇ ਗੱਲਬਾਤ ਨਾ ਕਰ ਸਕਣ। ਸੈਨਾ ਲਗਾਤਾਰ ਉਸ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਚਲਾ ਰਹੀ ਸੀ, ਜਿਸ ਦਿਨ ਤੋਂ 5 ਜਵਾਨ ਸ਼ਹੀਦ ਹੋਏ ਸੀ, ਉਸ ਤੋਂ ਬਾਅਦ ਲਗਾਤਾਰ, ਪਰ ਹੁਣ ਸੈਨਾ ਤੇ ਅਟੈਕ ਹੋਇਆ ਔਰ 2 ਜਵਾਨ ਅੱਜ ਸ਼ਹੀਦ ਹੋ ਗਏ, 4 ਜ਼ਖਮੀ ਨੇ, ਇੱਕ ਸੀਨੀਅਰ ਅਫੀਸਰ ਹੈ ਔਰ ਉਹਨਾਂ ਨੂੰ ਉੱਥੋਂ ਇਵੈਕੂਏਟ ਕਰ ਦਿੱਤਾ ਗਿਆ। ਸੋ ਹੁਣ ਇਹ ਆਪਰੇਸ਼ਨ ਹਲੇ ਵੀ ਚੱਲ ਰਿਹਾ ਹੈ, ਪਰ ਕਿਉਂਕਿ ਸੁਰੱਖਿਆ ਬਲ ਜਿਸ ਤਰੀਕੇ ਨਾਲ ਆਪਣੇ ਆਪਰੇਸ਼ਨ ਨੂੰ ਅੰਜਾਮ ਦੇ ਰਹੇ ਨੇ ਉਹ ਜਾਣਕਾਰੀ ਸਾਂਝੀ ਨਹੀਂ ਕਰ ਰਹੇ। ਆਪਰੇਸ਼ਨ ਮੁਕੰਮਲ ਹੋਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ। ਤੇ ਅਗਲੀ ਖਬਰ, ਗੋਗੀ ਗੈਂਗ ਨਾਲ ਜੁੜੇ 2 ਬਦਮਾਸ਼ ਗ੍ਰਿਫਤਾਰ ਕੀਤੇ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗੋਗੀ ਗੈਂਗ ਦੇ 2 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦਾ ਨਾਮ ਸ਼ਨੀਚਰ ਤੇ ਮਿੱਤਾ ਇਹ ਨਾਮ ਦੱਸੇ ਜਾ ਰਹੇ ਨੇ। ਗੋਗੀ ਗੈਂਗ ਨਾਲ ਸੰਬੰਧ ਰੱਖਦੇ ਨੇ ਦੋਨੇ ਸ਼ਨੀਚਰ ਤੇ ਮਿੱਤਾ, ਜਿਨ੍ਹਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਰੈਸਟ ਕੀਤਾ ਹੈ। 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਜੇਲ੍ਹ ਦੇ ਵਿੱਚ ਬੰਦ ਇਹ ਕਈ ਗੈਂਗਸਟਰਾਂ ਦੇ ਸੰਪਰਕ 'ਚ ਸੀ। ਦੋਵੇਂ ਗੁਰਗੇ ਜੇਲ੍ਹ 'ਚ ਬੰਦ ਕਈ ਗੈਂਗਸਟਰਾਂ ਦੇ ਸੰਪਰਕ ਸੀ ਔਰ ਦੋਨਾਂ ਕੋਲੋਂ ਪੁਲਿਸ ਨੇ 12 ਪਿਸਤੌਲ ਬਰਾਮਦ ਕੀਤੇ ਨੇ, 12 ਪਿਸਟਲ ਬਰਾਮਦ ਹੋਏ ਨੇ, 30 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਔਰ ਦੋਹਾਂ ਤੇ ਦਿੱਲੀ ਪੁਲਿਸ ਦੇ ਖਿਲਾਫ ਸਾਜ਼ਿਸ਼ ਕਰਨ ਦੇ ਇਲਜ਼ਾਮ ਨੇ। ਗੈਂਗਸਟਰਾਂ ਨੂੰ ਭਜਾਉਣ ਦੀ ਕੋਸ਼ਿਸ਼ ਦੇ ਵਿੱਚ ਵੀ ਇਹ ਸ਼ਾਮਿਲ ਸਨ। ਇੱਕ ਗੈਂਗਸਟਰ ਦੇ ਮੈਡੀਕਲ ਦੌਰਾਨ ਪੁਲਿਸ ਤੇ ਹਮਲੇ ਦੀ ਸਾਜ਼ਿਸ਼ ਸੀ। ਦਰਅਸਲ ਇਹਨਾਂ ਨੇ ਪਲਾਨ ਕੀਤਾ ਹੋਇਆ ਸੀ ਪੁਲਿਸ ਤੇ ਅਟੈਕ ਕਰਨ ਦਾ ਕਿ ਇੱਕ ਗੈਂਗਸਟਰ ਨੂੰ ਮੈਡੀਕਲ ਦੇ ਲਈ ਲੈ ਕੇ ਆਇਆ ਜਾਏਗਾ ਔਰ ਉਸ ਮੌਕੇ ਤੇ ਇਹਨਾਂ ਨੇ ਪੁਲਿਸ ਤੇ ਅਟੈਕ ਕਰਨਾ ਸੀ, ਪਰ ਇਹ ਪਹਿਲਾਂ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਹੱਥੇ ਚੜ ਗਏ। ਇਹਨਾਂ ਦੇ ਕੋਲੋਂ 12 ਪਿਸਟਲ ਪੁਲਿਸ ਨੇ ਬਰਾਮਦ ਕੀਤੇ ਨੇ ਤੇ 30 ਜ਼ਿੰਦਾ ਕਾਰਤੂਸ ਪੁਲਿਸ ਨੂੰ ਮਿਲੇ ਨੇ। ਸ਼ੰਕਰ ਆਨੰਦ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਸ਼ੰਕਰ, ਕੀ ਅਪਡੇਟ ਮਿਲ ਪਾਈ ਹੈ ਇਹਨਾਂ ਦੋਨਾਂ ਨੂੰ ਲੈ ਕੇ ਔਰ ਕਿਸ ਤਰੀਕੇ ਨਾਲ ਖੁਲਾਸਾ ਹੋਇਆ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸਨ? दिल्ली पुलिस के स्पेशल कमिश्नर, जो स्पेशल सेल के स्पेशल कमिश्नर हैं HGS धालीवाल और डीसीपी राजीव रंजन के नेतृत्व में एसीपी ललित मोहन नेगा और हृदय भूषण की टीम ने एक बड़े ऑपरेशन को अंजाम देते हुए 2 ऐसे बदमाशों को गिरफ्तार किया है जो एक बड़ी साजिश को अंजाम देते हुए कुछ गैंगस्टर को पुलिस की कस्टडी से छुड़ाना चाहते थे। और इन दोनों गैंगस्टर का जो नाम है, जिसमें कि एक का नाम है शनिचर और उर्फ अमित और दूसरा नाम है मीता, ये दोनों जो गैंगस्टर है, इसका जो मेन रूप से जो अपराध की जो एक पृष्ठभूमि है वो हरियाणा की रही है, लेकिन हरियाणा और दिल्ली एनसीआर में पिछले काफी समय से एक्टिव था। और जिस तरह से इन दोनों ने एक प्लान बनाया था कि पुलिस की कस्टडी, दिल्ली पुलिस की कस्टडी से एक ऐसे शातिर अपराधी को छुड़वाना है जो पिछले काफी समय से गिरफ्तार है और इस वक्त में जेल में है। तो करमवीर नाम के उस गैंगस्टर को छुड़ाने की आपराधिक साजिश रची गई थी। तो इस मामले में स्पेशल सेल के इंस्पेक्टर रविंदर त्यागी के द्वारा एक बहुत बड़े इस ऑपरेशन को अंजाम देते हुए इस मामले में दोनों आरोपियों को गिरफ्तार किया गया है। और एक तरह से कहा जा सकता है कि जिस तरह से इन दोनों की साजिश थी, वो साजिश से जुड़े हुए तमाम इनपुट जो हैं वो खंगाले जा रहे हैं। और इसके साथ ही ये भी जानकारी मिली है कि राजधानी दिल्ली, हरियाणा, पंजाब के जेल में बंद कई ऐसे गैंगस्टर हैं, उसके ये संपर्क में था। तो किस तरह से जेल में बंद गैंगस्टर के संपर्क में रहा है और किस तरह से गोगी गैंग का ये दोनों शातिर गैंगस्टर किस तरह से एक बड़े अपराध के मामलों को अंजाम देने के फिराक में था, इन तमाम मामलों पर विस्तार से पूछताछ की जा रही है। ठीक है शंकर, तुसी बने रहना साडे नाल। एक होर खबर दा असीं रुक कर रहे हैं, उसते भी जानकारी लवांगे शंकर आनंद तो। दिल्ली पुलिस ने 2 शार्प शूटर भी गिरफ्तार कीते ने। एक होर खबर है, नरेश सेठी गैंग दे 2 शार्प शूटर भी दिल्ली पुलिस ने फड़े ने और इन्हां नूं एक मुठभेड़ तो बाद गिरफ्तार किया गया, जिन्हां च एक मुलजम 18 साल दा है ते एक नाबालिग है। नरेला इलाके दे विच कतल दी कोशिश की सी इन्हां ने, रंगदारी दे मामले च भी शामिल ने। 27 अप्रैल नूं एक प्रॉपर्टी डीलर ते अटैक कीता सी, मोटरसाइकिल सवारां ने गोलियां चलाईयां सी। प्रॉपर्टी डीलर विकास दहिया दे हत्थ ते गोली लगी सी और हमले दी सीसीटीवी भी उस वेले सामने आई सी। सो इन्हां 2 शार्प शूटरां नूं भी दिल्ली पुलिस वालों गिरफ्तार किया गया है। शंकर आनंद साडे नाल बने हुए ने लगातार। शंकर, इन्हां दोनां दी की हिस्टरी है और किवें इह जिहड़ी मुठभेड़ दी गल पुलिस कर रही है, किस तरीके नाल पुलिस दे काबू आए? देखिए,
दिल्ली पुलिस की क्राइम ब्रांच के द्वारा एक बड़े ऑपरेशन को अंजाम देते हुए नरेश सेठी गैंग के 2 शार्प शूटर समीर और हरियाणा के सापला का रहने वाला है, उसे गिरफ्तार किया गया। इसके साथ एक नाबालिग आरोपी को भी गिरफ्तार किया गया है। और जिस तरह से नरेश सेठी गैंग की अगर बात करें तो इसके मामले में क्राइम ब्रांच के एसीपी उमेश भरसवाल के नेतृत्व में इस ऑपरेशन को अंजाम दिया गया। और जिस तरह से बकायदा पता चला था कि 17 अप्रैल को प्रॉपर्टी डीलर विकास दहिया, जो हरियाणा मूल का रहने वाला है, उससे रंगदारी के लिए धमकी दी गई थी। और धमकी जो दिया गया था वो विदेश से बैठे हुए किसी अन्य दूसरे गैंगस्टर ने दिया था। तो इस मामले पर उन तमाम कड़ियों को एसीपी उमेश भरसवाल की टीम ने इस मामले पर तफ्तीश किया और उसके बाद इन दोनों बदमाशों को गिरफ्तार किया है। और इस मामले में ये भी जानकारी मिल रही है कि किस तरह से विदेश से बैठे हुए गैंगस्टर के साथ में इन गैंगस्टर का जो नरेश सेठी गैंग है उसका ये कनेक्शन है। तो इन मामलों में काफी महत्वपूर्ण जानकारियां इकट्ठा की गई, जिसके बाद इन दोनों आरोपियों को गिरफ्तार किया गया है। हालांकि एक जो नाबालिग है उससे विस्तार से पूछताछ की जा रही है और इसके साथ ही उसके उम्र संबंधी तमाम इंक्वायरी के लिए हरियाणा पुलिस के साथ में भी जल्दी संपर्क जो है वो किया जा सकता है, जिससे कि उसके जन्म प्रमाण पत्र और संबंधित उसके घर वालों के बारे में जानकारी इकट्ठा की जा सके, जिससे कि इसका सही उम्र का पता लगाया जा सके। तो एक तरह से कह सकते हैं कि विकास दहिया जो एक प्रॉपर्टी डीलर है, उसे एक धमकी भरा फोन आया था 17 अप्रैल को, उससे जुड़े हुए इन्वेस्टिगेशन की गई और उसके बाद इन दोनों को गिरफ्तार कर लिया गया है। जी ठीक है, शुक्रिया शंकर इस ਜਾਣਕਾਰੀ ਦੇ ਲਈ। ਤਾਂ ਸਾਡੇ ਸਹਿਯੋਗੀ ਸ਼ੰਕਰ ਆਨੰਦ ਜਿਸ ਤਰੀਕੇ ਨਾਲ ਦੱਸ ਰਹੇ ਸੀ, ਕਿਉਂਕਿ ਇਹ ਰੰਗਦਾਰੀ ਦੇ ਜਿਹੜੇ ਮਾਮਲੇ ਨੇ ਇਹ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਔਰ ਇਸ ਦੇ ਵਿੱਚ ਇੱਕ ਮੋਡਸ ਆਪਰੈਂਡੀ ਇਹ ਰਹਿੰਦਾ ਹੈ ਕਿ ਨਾਬਾਲਿਗ ਦਾ ਇਸਤੇਮਾਲ ਕਰਦੇ ਨੇ ਜਿਹੜੇ ਵੀ ਗੈਂਗਸਟਰ ਰੰਗਦਾਰੀਆਂ ਦੇ ਕੰਮ ਨੂੰ ਅੰਜਾਮ ਦਿੰਦੇ ਨੇ ਜਾਂ ਕਿਸੇ ਤੇ ਗੋਲੀ ਚਲਵਾਉਂਦੇ ਨੇ ਕਿਸੇ ਨੂੰ ਡਰਾਉਣ ਦੇ ਲਈ, ਤਾਂ ਉਸ ਦੇ ਵਿੱਚ ਜ਼ਿਆਦਾਤਰ ਅੱਜਕੱਲ ਨਾਬਾਲਿਗ ਜਿਹੜੇ ਨੇ ਨੌਜਵਾਨ ਉਹਨਾਂ ਨੂੰ ਸ਼ਾਮਿਲ ਕਰ ਲਿਆ ਜਾਂਦਾ ਹੈ, ਕਿਉਂਕਿ ਨਾਬਾਲਿਗ ਅਗਰ ਫੜਿਆ ਵੀ ਜਾਵੇ ਤਾਂ ਉਸ ਨੂੰ ਦੂਜੀ ਜੇਲ੍ਹ ਨਹੀਂ ਭੇਜਿਆ ਜਾਂਦਾ, ਉਸਦੇ ਜਿਹੜੇ ਨਿਯਮ ਨੇ ਉਹ ਵੱਖਰੇ ਹੁੰਦੇ ਨੇ। ਸੋ ਇਸ ਕਰਕੇ ਜ਼ਿਆਦਾਤਰ ਗੈਂਗਸਟਰ ਹੁਣ ਨਾਬਾਲਿਗ ਮੁੰਡਿਆਂ ਦਾ ਇਸਤੇਮਾਲ ਕਰਨ ਲੱਗੇ ਨੇ ਆਪਣੀਆਂ ਇਹੋ ਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ। ਤੇ ਗੱਲ ਕਰਦੇ ਹਾਂ ਜਲੰਧਰ ਜ਼ਿਮਨੀ ਚੋਣ ਦੀ। ਜਲੰਧਰ ਜ਼ਿਮਨੀ ਚੋਣ ਦੀ ਜੰਗ ਜਾਰੀ ਹੈ ਤੇ ਉਧਰ ਦਲ ਬਦਲੀਆਂ ਦਾ ਸਿਲਸਿਲਾ ਵੀ ਲਗਾਤਾਰ ਚੱਲ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਦੇ ਵਿੱਚ ਚੰਦਨ ਗਰੇਵਾਲ ਸ਼ਾਮਿਲ ਹੋਣ ਜਾ ਰਹੇ ਨੇ। ਚੰਦਨ ਗਰੇਵਾਲ ਜਿਹੜੇ ਅਕਾਲੀ ਦਲ ਦੇ ਆਗੂ ਨੇ, ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਜਾ ਰਹੇ ਨੇ। ਅਕਾਲੀ ਦਲ ਦੇ ਵਿੱਚ ਸਨ ਚੰਦਨ ਗਰੇਵਾਲ ਤੇ ਜਲੰਧਰ ਕੇਂਦਰੀ ਤੋਂ ਚੰਦਨ ਗਰੇਵਾਲ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਨੇ। ਅਕਾਲੀ ਦਲ ਦੀ ਟਿਕਟ ਤੇ ਜਲੰਧਰ ਸੈਂਟਰਲ ਜਿਹੜਾ ਇਲਾਕਾ ਹੈ, ਜਲੰਧਰ ਕੇਂਦਰੀ ਜਿਹੜੀ ਸੀਟ ਹੈ ਵਿਧਾਨ ਸਭਾ ਸੀਟ, ਉੱਥੋਂ ਅਕਾਲੀ ਦਲ ਦੀ ਟਿਕਟ ਤੇ ਚੋਣਾਂ ਲੜੀਆਂ ਸੀ, ਪਰ ਹੁਣ ਉਹ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਨੇ। ਜਲੰਧਰ ਜ਼ਿਮਨੀ ਚੋਣ ਦੇ ਚੱਲਦੇ ਕਈ ਸਾਰੀਆਂ ਸ਼ਖਸੀਅਤਾਂ, ਕਈ ਸਾਰੇ ਆਗੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਚੁੱਕੇ ਨੇ, ਕਿਉਂਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਔਰ ਬਹੁਤ ਸਾਰੇ ਐਸੇ ਆਗੂ ਹੁੰਦੇ ਨੇ ਜਿਨ੍ਹਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸੱਤਾਧਾਰੀ ਪਾਰਟੀ ਦਾ ਪੱਲਾ ਫੜਿਆ ਜਾਵੇ, ਕਿਉਂਕਿ ਹਲੇ 4 ਸਾਲ ਪਏ ਨੇ ਵੈਸੇ ਵੀ। ਤਾਂ ਐਸੇ ਵਿੱਚ 4 ਸਾਲ ਦਾ ਕਾਰਜਕਾਲ ਨੂੰ ਦੇਖਦੇ ਹੋਏ ਬਹੁਤ ਸਾਰੇ ਐਸੇ ਆਗੂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ, ਆਮ ਆਦਮੀ ਪਾਰਟੀ 'ਚ ਜਾ ਰਹੇ ਨੇ, ਕਿਉਂਕਿ ਨਵੀਂ ਪਾਰਟੀ ਹੈ ਔਰ ਇਹਨਾਂ ਦੇ ਗਰਾਊਂਡ ਲੈਵਲ ਤੇ ਪਹਿਲਾਂ ਇਸ ਤਰੀਕੇ ਨਾਲ ਆਗੂ ਨਹੀਂ ਸਨ। ਸੋ ਵੱਖ-ਵੱਖ ਤਰੀਕੇ ਨਾਲ ਬੰਦੇ ਜੋੜੇ ਗਏ ਨੇ। ਸੀਐਮ ਖੁਦ ਕਹਿੰਦੇ ਨੇ ਕਿ ਜਿਹੜੇ ਬੰਦੇ ਸਾਡੀ ਪਾਰਟੀ 'ਚ ਆਉਂਦੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਪਰ ਸਾਡੀ ਪਾਰਟੀ ਦੇ ਨਿਯਮ ਕਾਨੂੰਨ ਰੂਲ ਫੋਲੋ ਕਰਨੇ ਪੈਣਗੇ। ਇਹ ਗੱਲ ਮੁੱਖ ਮੰਤਰੀ ਅਕਸਰ ਆਪਣੇ ਬਿਆਨਾਂ ਦੇ ਵਿੱਚ ਕਹਿੰਦੇ ਨੇ। ਤੇ ਅੱਜ ਅਕਾਲੀ ਦਲ ਛੱਡ ਕੇ ਚੰਦਨ ਗਰੇਵਾਲ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਰਹੇ ਨੇ। ਇਸ ਪਾਰਟੀ 'ਚ ਪਹਿਲਾਂ ਵੀ ਮੈਂ ਚੁਣਾਵ ਲੜਿਆ, ਤੋਂ ਮੇਰੇ ਪਰਿਵਾਰ ਦਾ ਹਿੱਸਾ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਵੀ ਘਰ ਵਾਪਸੀ ਵਾਲੀ ਜਿਹੜੀ ਗੱਲ ਹੈ, ਤੋਂ ਲੋਕਾਂ ਦੀ ਭਲਾਈ ਦਾ ਕੰਮ ਕਰਨਾ ਇਮਾਨਦਾਰੀ ਨਾਲ, ਹੋਨੈਸਟੀ ਨਾਲ ਮੇਰਾ ਮਿਸ਼ਨ ਪਹਿਲਾਂ ਵੀ ਇਹੀ ਸੀ ਤਾਂ ਹੁਣ ਵੀ ਇਹੀ। ਕੋਈ ਨਾਰਾਜ਼ਗੀ ਸੀ ਗੱਲ ਕਰਦੇ ਹੋ ਜਾਂ ਕਿ ਉਹਦਾ 1% ਵੀ ਨਾਰਾਜ਼ਗੀ ਨਹੀਂ, 1% ਵੀ ਕੋਈ ਨਾਰਾਜ਼ਗੀ ਨਹੀਂ। ਮੇਰੇ ਲਈ ਉਹ ਵੀ ਬਹੁਤ ਸਤਿਕਾਰਯੋਗ ਨੇ, ਉਹਨਾਂ ਨੇ ਵੀ ਬਹੁਤ ਸਤਿਕਾਰ ਦਿੱਤਾ। ਜਦੋਂ ਮੈਂ ਆਮ ਆਦਮੀ ਪਾਰਟੀ ਪਹਿਲਾਂ ਵੀ ਛੱਡੀ ਉਦੋਂ ਵੀ ਮੈਂ ਇਹਨਾਂ ਦਾ ਸਤਿਕਾਰ ਕੀਤਾ, ਮਾਨਯੋਗ ਕੇਜਰੀਵਾਲ ਸਾਹਿਬ ਦਾ ਧੰਨਵਾਦ ਕੀਤਾ ਸੀ, ਭਗਵੰਤ ਮਾਨ ਜੀ ਦਾ ਧੰਨਵਾਦ ਕੀਤਾ ਸੀ, ਸਾਰੀ ਟੀਮ ਦਾ ਧੰਨਵਾਦ ਕੀਤਾ ਸੀ ਵੀ ਉਹਨਾਂ ਨੇ ਸਾਨੂੰ ਟਿਕਟ ਦੇ ਕੇ ਨਵਾਜ਼ਿਆ ਔਰ ਸਾਡਾ ਕਿਤੇ ਨਾ ਕਿਤੇ ਸਮਾਜ ਵਿੱਚ ਜਿਹੜੀ ਆ ਉਹਦੀ ਇੰਪੋਰਟੈਂਸ ਵੱਧਦੀ ਆ, ਕਦ ਤੇ ਉਧਰ ਅੱਜ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਪੰਜਾਬ ਵਿਧਾਨ ਸਭਾ ਸਪੀਕਰ ਰਹੇ ਚਰਨਜੀਤ ਅਟਵਾਲ ਵੀ ਰਸਮੀ ਤੌਰ ਤੇ ਬੀਜੇਪੀ 'ਚ ਸ਼ਾਮਿਲ ਹੋ ਗਏ। ਪਿਛਲੇ ਦਿਨੀ ਉਹਨਾਂ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ ਤੇ ਅੱਜ ਉਹਨਾਂ ਨੂੰ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੱਲੋਂ ਪਾਰਟੀ 'ਚ ਸ਼ਾਮਿਲ ਕਰਵਾਇਆ ਗਿਆ ਹੈ।
ਜਿਹੜੇ ਇਲੈਕਸ਼ਨ ਲੜ ਰਹੇ ਨੇ ਬੀਜੇਪੀ ਦੀ ਟਿਕਟ ਤੇ ਇੰਦਰ ਇਕਬਾਲ ਸਿੰਘ ਅਟਵਾਲ ਇਹਨਾਂ ਦੇ ਬੇਟੇ ਨੇ ਚਰਨਜੀਤ ਅਟਵਾਲ ਦੇ, ਯਾਨੀ ਪਰਿਵਾਰ ਪਹਿਲਾਂ ਹੀ ਬੀਜੇਪੀ ਦਾ ਪੱਲਾ ਫੜ ਚੁੱਕਿਆ, ਪਰ ਚਰਨਜੀਤ ਅਟਵਾਲ ਨੇ ਪਿਛਲੇ ਦਿਨੀ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅੱਜ ਉਹ ਰਸਮੀ ਤੌਰ ਤੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ। ਜੇਪੀ ਨੱਡਾ ਵੱਲੋਂ ਉਹਨਾਂ ਨੂੰ ਬੀਜੇਪੀ 'ਚ ਸ਼ਾਮਿਲ ਕਰਵਾਇਆ ਗਿਆ। ਪਿਛਲੇ ਦਿਨੀ ਉਹਨਾਂ ਨੇ ਅਕਾਲੀ ਦਲ ਦੇ ਸਾਰੇ ਅਹੁਦੇ ਛੱਡੇ ਸੀ। ਇੰਦਰ ਇਕਬਾਲ ਸਿੰਘ ਅਟਵਾਲ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਜਿਮਨੀ ਚੋਣ ਤੋਂ, ਉਹ ਜਿਮਨੀ ਚੋਣ ਲਈ ਉਹ ਚਰਨਜੀਤ ਅਟਵਾਲ ਦੇ ਬੇਟੇ ਨੇ ਔਰ ਉਹਨਾਂ ਅੱਜ ਇਹ ਗੱਲ ਕਹੀ, ਚਰਨਜੀਤ ਅਟਵਾਲ ਨੇ ਆਪਣੇ ਬਿਆਨ ਦੇ ਵਿੱਚ ਇਹ ਕਿਹਾ ਕਿ ਬੇਟੇ ਦੇ ਭਾਜਪਾ 'ਚ ਜਾਣ ਤੋਂ ਬਾਅਦ ਮੈਂ ਵੀ ਇਹ ਫੈਸਲਾ ਲਿਆ ਹੈ ਔਰ ਉਹਨਾਂ ਕਿਹਾ ਕਿ ਮੈਂ ਬੀਜੇਪੀ ਨੂੰ ਜ਼ਿਮਨੀ ਚੋਣ ਜਿਤਾਉਣ ਦੇ ਲਈ ਆਪਣੀ ਪੂਰੀ ਵਾਹ ਲਾਵਾਂਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਤੇ ਦੇਸ਼ ਦੇ ਲੋਕਾਂ ਨੂੰ ਪੂਰਾ ਭਰੋਸਾ ਹੈ। मेरे बड़े बेटे इंद्र इकबाल सिंह अटवाल को मोदी जी ने, पार्टी ने, भारतीय जनता पार्टी ने उनको जलंधर की सीट के लिए कैंडिडेट भी सिलेक्ट कर लिया, तो इसलिए मेरा मॉरली बनता था कि मैं अपनी पार्टी से 65 इयर्स के बाद मैं इस्तीफा दे दूं। दूसरा ये है कि उतना मैं चाहता हूं कि अब मेरी तरफ से अगर मैंने श्रोमणी अकाली दल छोड़ दिया तो अब मैं चाहता हूं कि मैं देश की देश के प्रधानमंत्री जी के और अमित शाह जी, नड्डा जी के साथ जो है, अगर मैं उनके साथ आया हूं तो वो जो जलंधर सीट का इन्होंने मेरे बेटे पर भरोसा किया है, वहाँ टिकट दिया है, तो उसको जिताने के लिए भी मैं आ गया हूँ। तो इसलिए आज मैं भारतीय जनता श्रोमणी अकाली दल को तो मैंने पहले इस्तीफा जैसे भेज दिया था, लेकिन आज मैंने भारतीय जनता पार्टी को ज्वाइन कर लिया। अगली खबर का रुख करते हैं। जथेदार अकाल तख्त साहब ने एक बार फिर सिखां नूं एकजुट होने की अपील की है। जथेदार अकाल तख्त साहब ने कहा है कि सिखां दे सामने अज वड्डियां चुनौतियां ने। उन्होंने कहा कि साडी होंद दी लड़ाई है, गुरधामां दी लड़ाई है, क्योंकि सरकारां गुरधामां नूं कब्जे च लेना चाहुंदियां ने। उन्होंने कहा कि सिखां दे सामने अज वड्डियां चुनौतियां ने, ये साडी होंद दी लड़ाई है और साडे गुरधामां दी लड़ाई है। ये गल कही गई है जथेदार अकाल तख्त साहब वालों। और उन्होंने कहा कि सानू सिख कौम दे लई सब कुछ भुल के एक हो जाना चाहिए। ਅੱਜ ਸਮਾਂ ਜਿਹੜਾ ਹੈ ਫਿਰ ਮੰਗ ਕਰਦਾ ਹੈ ਕਿ ਅਸੀਂ ਆਪਣੇ ਛੋਟੇ-ਛੋਟੇ ਨਿੱਜੀ ਮਫਾਦਾਂ ਤੋਂ ਉੱਪਰ ਉੱਠ ਕੇ ਅਸੀਂ ਇੱਕ ਮੁੱਠ ਹੋਈਏ, ਇੱਕਜੁੱਟ ਹੋਈਏ, ਕਿਉਂਕਿ ਵਗਾਰਾਂ ਜਿਹੜੀਆਂ ਨੇ ਸਾਨੂੰ ਬਹੁਤ ਵੱਡੀਆਂ ਪੈ ਰਹੀਆਂ ਨੇ, ਸਾਨੂੰ ਖੋਖਲਾ ਕੀਤਾ ਜਾ ਰਿਹਾ ਹੈ ਤੇ ਜੇ ਅਸੀਂ ਇਸੇ ਢੰਗ ਦੇ ਨਾਲ ਅਵੇਸਲੇ ਰਹੇ, ਇਕੱਠੇ ਨਾ ਹੋਏ ਤੇ ਸਾਨੂੰ ਖੋਖਲਾ ਕਰ ਦਿੱਤਾ ਗਿਆ, ਸਾਡੀ ਹੋਂਦ ਜਿਹੜੀ ਹੈ ਉਹ ਖਤਰੇ ਦੇ ਵਿੱਚ ਪੈ ਜਾਏਗੀ। ਇਸ ਕਰਕੇ ਅੱਜ ਸਾਡੀ ਹੋਂਦ ਦੀ ਲੜਾਈ ਹੈ, ਸਾਡੇ ਨਿਆਰੇਪਣ ਦੀ ਲੜਾਈ ਹੈ, ਸਾਡੇ ਸਿਧਾਂਤਾਂ ਦੀ ਲੜਾਈ ਹੈ, ਸਾਡੀ ਮਰਿਆਦਾ ਦੀ ਲੜਾਈ ਹੈ, ਸਾਡੇ ਗੁਰਧਾਮਾਂ ਦੀ ਲੜਾਈ ਹੈ, ਜਿਨ੍ਹਾਂ ਨੂੰ ਸਰਕਾਰ ਜਿਹੜਾ ਹੈ ਉਹ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਸਾਨੂੰ ਇਕਜੁੱਟ ਹੋਣ ਦੀ, ਇੱਕ ਮੁੱਠ ਹੋਣ ਦੀ ਵੱਡੀ ਜ਼ਰੂਰਤ ਹੈ। ਮੈਂ ਸਾਰੇ ਧੜੇ ਜਥੇਬੰਦੀਆਂ ਨੂੰ ਇਹੋ ਹੀ ਅਪੀਲ ਕਰੂੰਗਾ ਕਿ ਅਸੀਂ ਜਿੱਥੇ ਅਕਾਲ ਤਖਤ ਸਾਹਿਬ ਦੀ ਗੱਲ ਆ ਜਾਏ, ਜਿੱਥੇ ਸਿੱਖਾਂ ਦੇ ਨਿਆਰੇਪਣ ਦੀ ਗੱਲ ਆ ਜਾਏ, ਜਿੱਥੇ ਸਿੱਖਾਂ ਦੇ ਸਿਧਾਂਤ, ਮਰਿਆਦਾ ਤੇ ਗੁਰਧਾਮਾਂ ਦੀ ਗੱਲ ਆ ਜਾਏ, ਉੱਥੇ ਆਪਣੇ ਵਖਰੇਵੇਂ ਤਿਆਗ ਕੇ ਸਾਰਿਆਂ ਨੂੰ ਇੱਕ ਮੁੱਠ ਜਿਹੜਾ ਹੈ ਉਹ ਹੋ ਜਾਣਾ ਚਾਹੀਦਾ ਹੈ। ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਿਉਂਕਿ ਜਿਹੜਾ ਸੰਜੋਗ ਸਿੰਘ ਸਾਹਿਬ ਨੇ ਅਪੀਲ ਕੀਤੀ ਆ, ਇਹ ਆਦਿਕਾਲ ਸਮਾਂ ਗੁਰੂ ਕਾਲ ਤੋਂ ਬਾਅਦ ਜਦੋਂ ਸਿੱਖਾਂ ਦੇ ਵਿੱਚ ਮਿਸਲਾਂ ਵੀ ਸੀਗੀਆਂ, ਆਪੋ ਵਿੱਚ ਹੀ ਲੜਾਈ ਝਗੜੇ ਵੀ ਹੁੰਦੇ ਸੀ, ਪਰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਕੌਮ ਤੇ ਭੀੜ ਪੈਂਦੀ ਸੀ, ਉਸ ਵੇਲੇ ਸਾਰੇ ਗੁੱਸੇ ਗਿਲੇ ਭੁਲਾ ਕੇ ਉਹ ਇੱਕ ਥਾਂ ਇਕੱਤਰ ਹੋ ਜਾਂਦੇ ਸੀ। ਸੋ ਸਿੰਘ ਸਾਹਿਬ ਨੇ ਉਸੇ ਹੀ ਰੈਫਰੈਂਸ ਦੇ ਵਿੱਚ ਅੱਜ ਇਹ ਅਪੀਲ ਕੀਤੀ ਆ। ਸੋ ਅੱਜ ਸਮਾਂ ਵੀ ਆ, ਕਿਉਂਕਿ ਬੰਗਾਰਾਂ ਬਹੁਤ ਆ, ਕੌਮ ਨੂੰ ਵੱਖ-ਵੱਖ ਖਿੱਤਿਆਂ ਦੇ ਵਿੱਚ ਵੰਡਣ ਦਾ ਯਤਨ ਕੀਤਾ ਜਾ ਰਿਹਾ, ਕਮੇਟੀਆਂ ਤੋੜੀਆਂ ਜਾ ਰਹੀਆਂ। ਸੋ ਇਹ ਸਮਾਂ ਜਿਹੜਾ ਨਾਜ਼ੁਕ ਆ, ਇਹਦੇ ਵਿੱਚ ਸਿੰਘ ਸਾਹਿਬ ਨੇ ਪੁਰਜ਼ੋਰ ਅਪੀਲ ਕੀਤੀ ਆ ਵੀ ਆਪਾਂ ਗਿਲੇ ਸ਼ਿਕਵੇ ਜਿਹੜੇ ਆ ਉਹ ਭੁਲਾ ਕੇ ਇੱਕ ਥਾਂ ਇਕੱਤਰ ਹੋਈਏ।